ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮਿਲ ਯੂਐਸਏ ਟੀਵੀ। ਮੈਂ ਬरुण ਕੌਰ ਮਾਨ। ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ। ਪੇਸ਼ ਨੇ ਪਹਿਲਾਂ ਚੁਣਵੀਆਂ ਖਬਰਾਂ। ਜਾਫਨਾ ਤੋਂ ਭਾਰਤ ਲਈ ਅਗਲੇ ਮਹੀਨੇ ਉਡਾਣਾਂ ਬਹਾਲ ਕਰੇਗਾ ਸ੍ਰੀਲੰਕਾ। ਯੂਕੇ ਵਿੱਚ ਕੁਝ ਗੈਰ ਕਾਨੂੰਨੀ ਪ੍ਰਵਾਸੀਆਂ ਤੇ ਨਜ਼ਰ ਰੱਖਣ ਲਈ ਬਿਜਲਾਈ ਜੰਤਰ ਦੀ ਵਰਤੋਂ ਕਰੇਗਾ। ਆਸਟ੍ਰੇਲੀਆ ਦੇ ਵੀਜ਼ਿਆਂ ਵਿੱਚ ਦੇਰੀ ਤੋਂ ਕੌਮਾਂਤਰੀ ਵਿਦਿਆਰਥੀ ਪਰੇਸ਼ਾਨ। ਭਾਰਤ ਵੱਲੋਂ ਅਫਗਾਨ ਸਿੱਖਾਂ ਤੇ ਹਿੰਦੂਆਂ ਲਈ 100 ਈ ਵੀਜ਼ਾ ਜਾਰੀ। ਕੈਪੀਟਲ ਹਿੰਸਾ ਮਾਮਲੇ ਵਿੱਚ ਵੱਡਾ ਖੁਲਾਸਾ। ਅਮਰੀਕਾ ਗੋਲੀਬਾਰੀ, ਵਾਈਟ ਹਾਊਸ ਨੇੜੇ ਚੱਲੀਆਂ ਗੋਲੀਆਂ ਤੇ ਫਿਲੀਪੀਨ ਦੇ ਸਰਕਾਰੀ ਅਟਾਰਨੀ ਦਾ ਗੋਲੀ ਮਾਰ ਕੇ ਕਤਲ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। श्रीलंका के हवाबाजी मंत्री निमल सिरिपाला डी सिल्वा ने कहा है कि अगले महीने तो उत्तरी जाफना खिते तो ਭਾਰਤ ਲਈ ਉਡਾਣਾਂ ਬਹਾਲ ਕੀਤੀਆਂ ਜਾਣਗੀਆਂ। ਉਹਨਾਂ ਜ਼ੋਰ ਦਿੰਦਿਆਂ ਕਿਹਾ ਕਿ ਇਸ ਕਦਮ ਨਾਲ ਦੇਸ਼ ਦੇ ਸੈਰ ਸਪਾਟਾ ਉਦਯੋਗ ਨੂੰ ਬਲ ਮਿਲੇਗਾ ਤੇ ਆਰਥਿਕ ਸੰਕਟ ਘੱਟ ਹੋਣ ਵਿੱਚ ਮਦਦ ਮਿਲੇਗੀ। ਸ੍ਰੀਲੰਕਾ ਸੈਰ ਸਪਾਟਾ ਵਿਕਾਸ ਅਥਾਰਟੀ ਇਸ ਸਾਲ ਦੇ ਬਾਕੀ ਮਹੀਨਿਆਂ ਦੌਰਾਨ 8 ਲੱਖ ਤੋਂ ਜ਼ਿਆਦਾ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਦੀ ਯੋਜਨਾ ਬਣਾ ਰਿਹਾ ਹੈ। ਹਵਾਈ ਅੱਡੇ ਦਾ ਨਿਰੀਖਣ ਕਰਨ ਤੋਂ ਬਾਅਦ ਨਿਮਲ ਨੇ ਸ਼ਨੀਚਰਵਾਰ ਨੂੰ ਕਿਹਾ, ਉੱਤਰੀ ਜਾਫਨਾ ਖਿੱਤੇ ਦਾ ਪਲਾਇਆ ਹਵਾਈ ਅੱਡਾ ਅਗਲੇ ਮਹੀਨੇ ਤੋਂ ਭਾਰਤ ਲਈ ਉਡਾਣਾਂ ਬਹਾਲ ਕਰੇਗਾ। ਹਾਲਾਂਕਿ ਉਹਨਾਂ ਨੇ ਇਸ ਦੀ ਤਾਰੀਖ ਨਹੀਂ ਦੱਸੀ। ਮੰਤਰੀ ਨੇ ਕਿਹਾ ਕਿ ਮੌਜੂਦਾ ਰਨਵੇ ਕੇਵਲ 75 ਮੀਟਰ ਜਹਾਜ਼ ਲਈ ਹੀ ਢੁਕਵਾਂ ਹੈ, ਇਸ ਦੇ ਵਿਸਥਾਰ ਦੀ ਲੋੜ ਹੈ। ਉਹਨਾਂ ਰਨਵੇ ਸੁਧਾਰਨ ਵਿੱਚ ਭਾਰਤ ਤੋਂ ਮਦਦ ਦੀ ਆਸ ਪ੍ਰਗਟਾਈ। ਅਕਤੂਬਰ 2019 ਵਿੱਚ ਹਵਾਈ ਅੱਡੇ ਦਾ ਨਾਂ ਜਾਫਨਾ ਕੌਮਾਂਤਰੀ ਹਵਾਈ ਅੱਡਾ ਕਰ ਦਿੱਤਾ ਗਿਆ। ਉਦੋਂ ਚੇਨਈ ਤੋਂ ਪਹਿਲਾਂ ਕੌਮਾਂਤਰੀ ਹਵਾਈ ਜਹਾਜ਼ ਇੱਥੇ ਲੈਂਡ ਹੋਇਆ ਸੀ। ਇਸੇ ਸਾਲ ਭਾਰਤ ਦੀ ਮਦਦ ਨਾਲ ਹਵਾਈ ਅੱਡੇ ਦਾ ਮੁੜ ਵਿਕਾਸ ਕੀਤਾ ਗਿਆ ਸੀ। ਭਾਰਤ ਦੀ ਅਲਾਇੰਸ ਏਅਰ ਹਰ ਹਫ਼ਤੇ ਚੇਨਈ ਤੋਂ ਪਲਾਏ ਤੱਕ 3 ਉਡਾਣਾਂ ਸੰਚਾਲਿਤ ਕਰਦੀ ਸੀ। ਨਵੰਬਰ 2019 ਵਿੱਚ ਸਰਕਾਰ ਬਦਲਣ ਤੋਂ ਬਾਅਦ ਜਹਾਜ਼ਾਂ ਦਾ ਸੰਚਾਲਨ ਰੋਕ ਦਿੱਤਾ ਗਿਆ ਸੀ। ਬ੍ਰਿਟੇਨ ਦੀ ਸਰਕਾਰ ਦੇਸ਼ ਵਿੱਚ ਸ਼ਰਨ ਮੰਗਣ ਵਾਲੇ ਕੁਝ ਗੈਰ ਕਾਨੂੰਨੀ ਪ੍ਰਵਾਸੀਆਂ ਦੀਆਂ ਗਤੀਵਿਧੀਆਂ ਤੇ ਨਜ਼ਰ ਰੱਖਣ ਲਈ ਬਿਜਲਾਈ ਯੰਤਰ ਯਾਨੀ ਕਿ ਇਲੈਕਟ੍ਰੋਨਿਕ ਟੈਗ ਦੀ ਵਰਤੋਂ ਕਰਨ ਲਈ 12 ਮਹੀਨਿਆਂ ਦੀ ਪਾਇਲਟ ਯੋਜਨਾ ਸ਼ੁਰੂ ਕਰ ਰਹੀ ਹੈ। ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਕਿਹਾ ਕਿ ਇਸ ਲਈ ਜ਼ਰੂਰੀ ਸੀ ਤਾਂ ਜੋ ਲਾਰੀਆਂ ਵਿੱਚ ਲੁਕ ਕੇ ਅਤੇ ਛੋਟੀਆਂ ਕਿਸ਼ਤੀਆਂ ਵਿੱਚ ਸਵਾਰ ਹੋ ਕੇ ਖਤਰਨਾਕ ਰਸਤਿਆਂ ਰਾਹੀਂ ਆਉਣ ਵਾਲੇ ਲੋਕ ਆਸਾਨੀ ਨਾਲ ਗਾਇਬ ਨਾ ਹੋ ਸਕਣ। ਗ੍ਰਹਿ ਵਿਭਾਗ ਨੇ ਕਿਹਾ ਕਿ ਲੰਘੇ ਵੀਰਵਾਰ ਤੋਂ ਸ਼ੁਰੂ ਹੋਈ ਇਸ ਯੋਜਨਾ ਤਹਿਤ ਇਹ ਜਾਂਚ ਕੀਤੀ ਜਾਏਗੀ ਕਿ ਟਰੈਕਿੰਗ ਸ਼ਰਨ ਦੇ ਦਾਅਵੇਦਾਰਾਂ ਨਾਲ ਨਿਯਮਿਤ ਸੰਪਰਕ ਬਣਾਈ ਰੱਖਣ ਵਿੱਚ ਮਦਦ ਕਰਦੀ ਹੈ। ਉਹਨਾਂ ਦੇ ਦਾਅਵਿਆਂ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਅੱਗੇ ਵਧਾਉਣ ਵਿੱਚ ਕਿੰਨੀ ਮਦਦਗਾਰ ਹੁੰਦੀ ਹੈ। ਸਰਕਾਰ ਇਹ ਅੰਕੜੇ ਵੀ ਇਕੱਠੇ ਕਰਨਾ ਚਾਹੁੰਦੀ ਹੈ ਕਿ ਸ਼ਰਨ ਮੰਗਣ ਵਾਲੇ ਲੋਕ ਕਿੰਨੇ ਜ਼ਮਾਨਤ ਤੋਂ ਫਰਾਰ ਹੁੰਦੇ ਨੇ। ਜੋ ਲੋਕ ਨਿਯਮਾਂ ਦੀ ਪਾਲਣਾ ਕਰਨ ਵਿੱਚ ਅਸਫਲ ਹੁੰਦੇ ਨੇ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। ਬੀਤੇ ਸ਼ੁੱਕਰਵਾਰ 230 ਲੋਕ ਸਮੁੰਦਰੀ ਰਸਤੇ ਯੂਕੇ ਵਿੱਚ ਦਾਖਲ ਹੋਏ ਨੇ। ਇੱਥੋਂ ਦੇ ਵਿਦਿਅਕ ਮਾਹਿਰਾਂ ਅਨੁਸਾਰ ਆਸਟ੍ਰੇਲੀਆ ਦੀਆਂ ਯੂਨੀਵਰਸਿਟੀਆਂ ਵਿੱਚ ਕੌਮਾਂਤਰੀ ਵਿਦਿਆਰਥੀਆਂ ਦੀ ਆਮਦ ਉਮੀਦ ਨਾਲੋਂ ਘੱਟ ਹੈ, ਪਰ ਉਹ ਆਸਵੰਦ ਨੇ ਕਿ ਆਸਟ੍ਰੇਲੀਆ ਦਾ ਸਿੱਖਿਆ ਖੇਤਰ ਇਸ ਸਾਲ ਦੇ ਅੰਤ ਤੱਕ ਮੁੜ ਲੀਹ ਤੇ ਆ ਜਾਏਗਾ। ਹੁਨਰ ਅਤੇ ਰੁਜ਼ਗਾਰ ਵਿਭਾਗ ਅਨੁਸਾਰ ਮਾਰਚ 2022 ਤੋਂ ਵਿਦਿਆਰਥੀਆਂ ਦੇ ਆਉਣ ਦੀ ਸ਼ੁਰੂਆਤੀ ਗਿਣਤੀ 1,23,900 ਸੀ, ਜੋ ਕਿ 2021 ਦੀ ਇਸੇ ਮਿਆਦ ਦੇ ਮੁਕਾਬਲੇ 2% ਵੱਧ ਹੈ। ਦੱਸਣਯੋਗ ਹੈ ਕਿ ਜਨਵਰੀ 2022 ਦੌਰਾਨ ਸਖਤ ਵੀਜ਼ਾ ਪਾਬੰਦੀਆਂ ਕਾਰਨ ਪਾੜਿਆਂ ਨੂੰ ਵੀਜ਼ਾ ਲਈ ਲੰਬੀ ਉਡੀਕ ਕਰਨੀ ਪਈ ਅਤੇ ਹੁਣ ਬਹੁਤ ਸਾਰੇ ਵੀਜ਼ੇ ਮਨਜ਼ੂਰ ਨਹੀਂ ਹੋ ਰਹੇ। DESE ਅਨੁਸਾਰ ਮਾਰਚ 2022 ਵਿੱਚ 4,40,129 ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਦਾਖਲਾ ਲਿਆ, ਜੋ ਕਿ 2021 ਦੀ ਇਸੇ ਮਿਆਦ ਦੇ ਮੁਕਾਬਲੇ 15% ਘੱਟ ਹੈ। ਐਸੋਸੀਏਸ਼ਨ ਆਫ ਆਸਟ੍ਰੇਲੀਅਨ ਐਜੂਕੇਸ਼ਨ ਰਿਪਰੈਜ਼ੈਂਟੇਟਿਵਜ਼ ਇਨ ਇੰਡੀਆ ਦੇ ਪ੍ਰਧਾਨ ਰਵੀ ਲੋਚਨ ਸਿੰਘ ਨੇ ਦੱਸਿਆ ਕਿ 2022 ਦੇ ਪਹਿਲੇ ਦਾਖਲੇ ਵਿੱਚ ਮੁੱਖ ਤੌਰ ਤੇ ਉਹ ਵਿਦਿਆਰਥੀ ਸ਼ਾਮਲ ਨੇ ਜਿਨ੍ਹਾਂ ਕੋਲ ਪਹਿਲਾਂ ਹੀ ਵੀਜ਼ਾ ਸੀ। ਉਹ ਆਨਲਾਈਨ ਪੜ੍ਹਾਈ ਕਰ ਰਹੇ ਸਨ ਅਤੇ ਕੋਵਿਡ-19 ਕਾਰਨ ਯਾਤਰਾ ਕਰਨ ਦੇ ਯੋਗ ਨਹੀਂ ਸਨ। ਉਹਨਾਂ ਨੇ ਕਿਹਾ ਕਿ ਯੂਨੀਵਰਸਿਟੀਜ਼ ਵਿੱਚ ਸੁਧਾਰ ਹੋ ਰਿਹਾ, ਪਰ ਪ੍ਰਾਈਵੇਟ RTO ਦੇ ਦਾਖਲਿਆਂ ਵਿੱਚ ਤੇਜ਼ੀ ਨਾਲ ਗਿਰਾਵਟ ਆਈ ਹੈ। ਕਾਬੁਲ ਦੇ ਗੁਰਦੁਆਰਾ ਸਾਹਿਬ ਕਰਤੇ ਪਰਵਾਨ ਉੱਤੇ ਸ਼ਨੀਚਰਵਾਰ ਹੋਏ ਹਮਲੇ ਤੋਂ ਬਾਅਦ ਭਾਰਤ ਸਰਕਾਰ ਨੇ ਅਫਗਾਨ ਸਿੱਖਾਂ ਤੇ ਹਿੰਦੂਆਂ ਲਈ 100 ਈ ਵੀਜ਼ਾ ਜਾਰੀ ਕਰ ਦਿੱਤੇ ਨੇ। ਇਹ ਕਦਮ ਅਫਗਾਨਿਸਤਾਨ ਵਿੱਚ ਇਹਨਾਂ ਘੱਟ ਗਿਣਤੀਆਂ ਦੀ ਸੁਰੱਖਿਆ ਲਈ ਬਣੇ ਖਤਰੇ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ। ਜ਼ਿਕਰਯੋਗ ਹੈ ਕਿ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਲਗਾਤਾਰ ਉੱਥੋਂ ਸਿੱਖਾਂ ਤੇ ਹਿੰਦੂਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਇਸ ਬਾਰੇ ਉੱਗੀ ਸ਼ਖਸੀਅਤ ਪੁਨੀਤ ਨੇ ਕਈ ਟਵੀਟ ਵੀ ਕੀਤੇ ਸਨ। ਘਟਨਾ ਵਾਪਰਨ ਤੋਂ ਬਾਅਦ ਸਰਕਾਰ ਨੇ ਰਾਤੋਂ ਰਾਤ ਇਹ ਵੀਜ਼ਾ ਜਾਰੀ ਕੀਤੇ ਨੇ। ਗੁਰਦੁਆਰਾ ਸਾਹਿਬ ਉੱਤੇ ਹਮਲੇ ਤੋਂ ਬਾਅਦ
ਟਵੀਟ ਕਰਦਿਆਂ ਚੰਡੋਕ ਨੇ ਕਿਹਾ ਸੀ ਕਿ 27 ਮਈ ਨੂੰ ਮੈਂ ਅਫਗਾਨ ਘੱਟ ਗਿਣਤੀਆਂ ਦੀ ਇੱਕ ਅਰਜ਼ੀ ਭਾਰਤੀ ਵਿਦੇਸ਼ ਮੰਤਰਾਲੇ ਤੇ ਗ੍ਰਹਿ ਮੰਤਰਾਲੇ ਨੂੰ ਭੇਜੀ ਸੀ, ਜੋ ਕਿ ਪਿਛਲੇ 1 ਸਾਲ ਤੋਂ ਬਕਾਇਆ ਪਏ ਵੀਜ਼ੇ ਜਾਰੀ ਕਰਨ ਬਾਰੇ ਸੀ। ਇਹ ਵੀਜ਼ੇ 150 ਹਿੰਦੂਆਂ ਤੇ ਸਿੱਖਾਂ ਨੂੰ ਦਿੱਤੇ ਜਾਣੇ ਸਨ, ਜੋ ਕਿ ਹਾਲੇ ਵੀ ਕਾਬੁਲ ਵਿੱਚ ਨੇ। ਕਈ ਵਾਰ ਮੈਂ ਇਸ ਬਾਰੇ ਆਪਣੇ ਫਿਕਰ ਜ਼ਾਹਿਰ ਕਰ ਚੁੱਕਾ ਹਾਂ ਤੇ ਹਾਲੇ ਵੀ ਵੀਜ਼ਾ ਜਾਰੀ ਨਹੀਂ ਹੋਏ। ਮੈਂ ਅਰਦਾਸ ਕਰਦਾ ਹਾਂ ਕਿ ਸਾਰੇ ਬਚ ਜਾਣਗੇ। ਦੱਸਣਯੋਗ ਹੈ ਕਿ ਇਸਲਾਮਿਕ ਸਟੇਟ ਖੁਰਾਸਾਨ ਸੂਬੇ ਨੇ ਇੱਕ 12 ਸਫ਼ਿਆਂ ਦਾ ਕਿਤਾਬਚਾ ਜਾਰੀ ਕੀਤਾ ਹੈ, ਜਿਸ ਵਿੱਚ ਸਾਰੇ ਹਿੰਦੂਆਂ ਉੱਤੇ ਹਮਲਿਆਂ ਦੀ ਚੇਤਾਵਨੀ ਦਿੱਤੀ ਗਈ ਹੈ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਝੂਠ ਨੂੰ ਅੱਗੇ ਵਧਾਉਣ ਵਿੱਚ ਅਮਰੀਕਾ ਦੀਆਂ ਵੱਡੀਆਂ ਕੰਪਨੀਆਂ ਦਾ ਵੀ ਹੱਥ ਰਿਹਾ ਹੈ। ਉਹ ਟਰੰਪ ਦੇ ਝੂਠ, ਨਫ਼ਰਤ ਅਤੇ ਹਿੰਸਾ ਫੈਲਾਉਣ ਦੀਆਂ ਗਤੀਵਿਧੀਆਂ ਦੇ ਬਾਵਜੂਦ ਉਹਨਾਂ ਦੇ ਸਮਰਥਕ ਰਿਪਬਲਿਕਨਾਂ ਨੂੰ ਫੰਡਿੰਗ ਕਰ ਰਹੇ ਨੇ। ਅਜਿਹਾ 6 ਜਨਵਰੀ 2020 ਨੂੰ ਕੈਪੀਟਲ ਹਿਲਸ ਤੇ ਹੋਏ ਹਮਲੇ ਤੋਂ ਬਾਅਦ ਵੀ ਹੋਇਆ। ਹਿੰਸਾ ਤੋਂ ਤੁਰੰਤ ਬਾਅਦ ਸੈਂਕੜੇ ਕਾਰਪੋਰੇਟਰਾਂ ਨੇ ਅਜਿਹੇ ਰਿਪਬਲਿਕਨ ਸੰਸਦ ਮੈਂਬਰਾਂ ਨੂੰ ਪੈਸੇ ਦਾਨ ਕਰਨ ਤੇ ਰੋਕ ਦਾ ਐਲਾਨ ਕੀਤਾ, ਜਿਨ੍ਹਾਂ ਨੇ ਜੋ ਬਾਈਡਨ ਦੀ ਜਿੱਤ ਨੂੰ ਪ੍ਰਮਾਣਿਤ ਕਰਨ ਦੇ ਵਿਰੁੱਧ ਵੋਟ ਦਿੱਤੀ ਸੀ। ਹਮਲੇ ਦੇ ਇੱਕ ਹਫ਼ਤੇ ਬਾਅਦ ਟੋਇਟਾ ਦੇ ਬੁਲਾਰੇ ਨੇ ਕਿਹਾ ਕਿ ਕੰਪਨੀ ਹਾਲ ਹੀ ਦੀਆਂ ਘਟਨਾਵਾਂ ਤੇ ਰਾਜਧਾਨੀ ਤੇ ਭਿਆਨਕ ਹਮਲੇ ਦੇ ਮੱਦੇਨਜ਼ਰ ਆਪਣੇ ਦਾਨ ਦੇ ਮਾਪਦੰਡਾਂ ਨੂੰ ਦੁਬਾਰਾ ਤੈਅ ਕਰ ਰਹੀ ਹੈ। ਇਸ ਦੇ ਬਾਵਜੂਦ ਟੋਇਟਾ ਨੇ 1 ਅਪ੍ਰੈਲ 2021 ਤੱਕ 39 ਰਿਪਬਲਿਕਨ ਸੰਸਦ ਮੈਂਬਰਾਂ ਨੂੰ 48 ਲੱਖ ਰੁਪਏ ਦਿੱਤੇ। ਟਰੰਪ ਦੇ ਕਰੀਬੀ ਸਹਿਯੋਗੀ ਅਤੇ ਉਹਨਾਂ ਦੇ ਹਰ ਝੂਠ ਦਾ ਸਾਥ ਦੇਣ ਵਾਲੇ ਐਰੀਜ਼ੋਨਾ ਦੇ ਰਿਪਬਲਿਕਨ ਸਾਂਸਦ ਰਹੇ ਐਂਡੀ ਬਿਗਸਨ ਨੂੰ 78,000 ਰੁਪਏ ਤੋਂ ਜ਼ਿਆਦਾ ਦਾ ਨਗਦ ਦਾਨ ਦਿੱਤਾ ਸੀ। ਅਮਰੀਕਾ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਹੁਣ ਵਾਈਟ ਹਾਊਸ ਤੋਂ 2 ਮੀਲ ਤੋਂ ਵੀ ਘੱਟ ਦੂਰ ਵਾਸ਼ਿੰਗਟਨ ਡੀਸੀ ਵਿੱਚ ਯੂ ਸਟਰੀਟ ਨਾਰਥ ਵੈਸਟ ਵਿੱਚ ਇੱਕ ਸੰਗੀਤ ਸਮਾਰੋਹ 'ਚ ਇੱਕ ਪੁਲਿਸ ਅਧਿਕਾਰੀ ਸਮੇਤ ਕਈ ਲੋਕਾਂ ਨੂੰ ਗੋਲੀ ਮਾਰ ਦਿੱਤੀ ਗਈ। ਮੀਡੀਆ ਮੁਤਾਬਕ ਮੈਟਰੋਪੋਲੀਟਨ ਪੁਲਿਸ ਡਿਪਾਰਟਮੈਂਟ 14ਵੀਂ ਅਤੇ ਯੂ ਸਟਰੀਟ NW ਏਰੀਆ ਵਿੱਚ ਗੋਲੀਬਾਰੀ ਦੀ ਸਥਿਤੀ ਦਾ ਜਵਾਬ ਦੇ ਰਿਹਾ ਸੀ, ਜਿਸ ਵਿੱਚ ਇੱਕ MPD ਅਧਿਕਾਰੀ ਸਮੇਤ ਕਈ ਲੋਕਾਂ ਨੂੰ ਗੋਲੀ ਮਾਰ ਦਿੱਤੀ ਗਈ। ਡੀਸੀ ਪੁਲਿਸ ਨੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ, ਜਦਕਿ ਇੱਕ ਪੁਲਿਸ ਅਧਿਕਾਰੀ ਅਤੇ 2 ਲੋਕ ਜ਼ਖਮੀ ਹੋਏ ਨੇ। ਇਲਾਜ ਮਗਰੋਂ ਪੁਲਿਸ ਅਧਿਕਾਰੀ ਦੀ ਸਥਿਤੀ ਸਥਿਰ ਦੱਸੀ ਗਈ ਹੈ। ਫਿਲਹਾਲ ਪੁਲਿਸ ਨੇ ਲੋਕਾਂ ਨੂੰ ਇਲਾਕੇ ਵਿੱਚ ਜਾਣ ਤੋਂ ਮਨਾ ਕਰ ਦਿੱਤਾ ਹੈ। ਫਿਲੀਪੀਨ ਦੇ ਸਰਕਾਰੀ ਵਕੀਲ ਦੀ ਫਿਲਾਡੇਲਫੀਆ ਫੇਰੀ ਦੌਰਾਨ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜੌਨ ਅਲਬਰਟ ਲਾਇਲੋ ਆਪਣੀ ਮਾਂ ਨਾਲ ਫਿਲਾਡੇਲਫੀਆ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਜਾ ਰਿਹਾ ਸੀ। ਇਸ ਦੌਰਾਨ ਸ਼ਨੀਵਾਰ ਤੜਕੇ 4:10 ਤੇ ਪੈਂਸਿਲਵੇਨੀਆ ਯੂਨੀਵਰਸਿਟੀ ਨੇੜੇ ਲਾਲ ਬੱਤੀ ਤੇ ਉਸਦੀ ਉਬੇਰ ਰੁਕੀ। ਜਦੋਂ ਉਹ ਕਾਲੇ ਰੰਗ ਦੀ ਕਾਰ ਉਸਦੇ ਨੇੜੇ ਆ ਕੇ ਰੁਕੀ ਤਾਂ ਉਸਦੀ ਕਾਰ ਤੇ ਕਈ ਗੋਲੀਆਂ ਚਲਾਈਆਂ ਗਈਆਂ। ਪੁਲਿਸ ਨੇ ਇੱਕ ਪ੍ਰੈਸ ਬਿਆਨ ਵਿੱਚ ਕਿਹਾ ਕਿ ਲਾਇਲੋ ਦੇ ਸਿਰ ਵਿੱਚ ਗੋਲੀ ਲੱਗੀ ਸੀ ਅਤੇ ਉਸਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਅਜੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ। ਹਮਲੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਇਹ ਤੁਰੰਤ ਸਪਸ਼ਟ ਨਹੀਂ ਹੋ ਸਕਿਆ ਕਿ ਹਮਲੇ ਵਿੱਚ ਲਾਇਲੋ, ਉਸਦੀ ਮਾਂ ਜਾਂ ਉਬੇਰ ਡਰਾਈਵਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਅਮਰੀਕਾ ਦੇ ਵੱਖ-ਵੱਖ ਖੇਤਰਾਂ ਨਾਲ ਜੁੜੇ ਲੋਕਾਂ ਨੂੰ ਮਿੱਟੀ ਦੀ ਸੰਭਾਲ ਨੂੰ ਉਤਸ਼ਾਹਿਤ ਕਰਨ ਲਈ ਆਯੋਜਿਤ ਵਾਕੇਥਾਨ ਵਿੱਚ ਹਿੱਸਾ ਲਿਆ। ਉਹਨਾਂ ਨੇ ਦੁਨੀਆ ਭਰ ਦੇ ਲੋਕਾਂ ਨੂੰ ਮਿੱਟੀ ਦੇ ਜੈਵਿਕ ਤੱਤਾਂ ਨੂੰ 3-6% ਤੱਕ ਵਧਾਉਣ ਦੀ ਦਿਸ਼ਾ ਵਿੱਚ ਯਤਨ ਤੇਜ਼ ਕਰਨ ਦੀ ਵੀ ਅਪੀਲ ਕੀਤੀ। ਕਾਨਸ਼ੀਅਸ ਪਲੈਨੇਟ ਦੇ ਸਹਿਯੋਗ ਨਾਲ ਈਸ਼ਾ ਫਾਊਂਡੇਸ਼ਨ ਦੁਆਰਾ ਆਯੋਜਿਤ 5 ਕਿਲੋਮੀਟਰ ਲੰਬੀ ਵਾਕੇਥਾਨ ਮਨੁੱਖੀ ਗਤੀਵਿਧੀਆਂ ਨੂੰ ਕੁਦਰਤ ਅਤੇ ਸਾਡੀ ਗ੍ਰਹਿ ਤੇ ਮੌਜੂਦ ਸਾਰੇ ਜੀਵਾਂ ਦੀ ਮਦਦ ਕਰਨ ਲਈ ਇਕਸਾਰ ਕਰਨ ਦੀ ਕੋਸ਼ਿਸ਼ ਦਾ ਹਿੱਸਾ ਸੀ, ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਨੂੰ ਸੁਰੱਖਿਅਤ ਕੀਤਾ ਜਾ ਸਕੇ। ਅਧਿਕਾਰੀਆਂ ਮੁਤਾਬਕ ਭਿਆਨਕ ਗਰਮੀ ਦੇ ਬਾਵਜੂਦ ਉੱਤਰੀ ਅਤੇ ਦੱਖਣੀ ਅਮਰੀਕਾ ਦੇ 60 ਤੋਂ ਵੱਧ ਸ਼ਹਿਰਾਂ 'ਚ ਸੈਂਕੜੇ ਲੋਕ ਮਿੱਟੀ ਬਚਾਉਣ ਅੰਦੋਲਨ ਵਿੱਚ ਸ਼ਾਮਲ ਹੋਏ। ਹਿਊਸਟਨ ਵਿੱਚ ਸਥਾਨਕ ਪ੍ਰਸ਼ਾਸਨਿਕ ਅਧਿਕਾਰੀਆਂ, ਪੁਲਿਸ ਕਰਮਚਾਰੀਆਂ, ਮੀਡੀਆ ਕਰਮਚਾਰੀਆਂ ਅਤੇ ਪ੍ਰਵਾਸੀ ਭਾਰਤੀਆਂ ਸਮੇਤ ਵੱਖ-ਵੱਖ ਖੇਤਰਾਂ ਦੇ ਲੋਕਾਂ ਨੇ ਵਾਕੇਥਾਨ ਵਿੱਚ ਹਿੱਸਾ ਲਿਆ। ਅਮਰੀਕਾ ਵਿੱਚ ਗੋਲੀਬਾਰੀ ਦੀਆਂ ਵੱਧ ਰਹੀਆਂ ਘਟਨਾਵਾਂ ਲਈ ਗਨ ਕਲਚਰ ਨੂੰ ਵੱਡਾ ਕਾਰਕ ਮੰਨਿਆ ਜਾ ਰਿਹਾ ਹੈ। ਬੰਦੂਕ ਕੰਪਨੀਆਂ ਨੇ ਪਿਛਲੇ 20 ਸਾਲਾਂ ਵਿੱਚ ਆਪਣੇ ਬਾਜ਼ਾਰਾਂ ਦੀ ਧਿਆਨ ਨਾਲ ਜਾਂਚ ਕੀਤੀ ਹੈ। ਉਹਨਾਂ ਸੰਦੇਸ਼, ਨਿੱਜੀ ਸੁਰੱਖਿਆ ਲਈ ਹੈਂਡਗਨ ਵਰਗੇ ਹਥਿਆਰਾਂ ਅਤੇ ਨੌਜਵਾਨਾਂ ਨੂੰ ਫੌਜ ਜਿਹੇ ਹਥਿਆਰ ਵੇਚਣ ਤੇ ਕੇਂਦਰਿਤ ਹੈ। ਸਵੈ ਰੱਖਿਆ, ਸਵੈ-ਮਾਣ, ਮਰਦਾਨਗੀ ਅਤੇ ਡਰ ਦੀਆਂ ਭਾਵਨਾਵਾਂ ਦੇ ਸੁਨੇਹੇ ਪੈਦਾ ਕਰਕੇ ਬੰਦੂਕਾਂ ਨੂੰ ਵੇਚਣਾ ਬੇਹੱਦ ਸਫਲ ਰਿਹਾ ਹੈ। ਸਾਲ 2000 ਵਿੱਚ ਦੇਸ਼ ਵਿੱਚ 85 ਲੱਖ ਹਥਿਆਰਾਂ ਦੀ ਵਿਕਰੀ ਹੋਈ ਸੀ। ਪਿਛਲੇ ਸਾਲ ਇਹ ਗਿਣਤੀ 3 ਕਰੋੜ 79 ਲੱਖ ਸੀ। ਸਭ ਤੋਂ ਵੱਧ ਬੰਦੂਕਾਂ ਖਰੀਦਣ ਦੀ ਦੌੜ ਵਿੱਚ ਔਰਤਾਂ ਸਭ ਤੋਂ ਅੱਗੇ ਨੇ। ਬੰਦੂਕ ਬਣਾਉਣ ਵਾਲੀਆਂ ਵਕੀਲਾਂ ਅਤੇ ਜਨਤਕ ਨੁਮਾਇੰਦਿਆਂ ਨੇ
ਅਮਰੀਕੀਆਂ ਦੇ ਵੱਡੇ ਹਿੱਸੇ ਨੂੰ ਯਕੀਨ ਦਿਵਾਇਆ ਹੈ ਕਿ ਉਹਨਾਂ ਕੋਲ ਬੰਦੂਕ ਹੋਣੀ ਚਾਹੀਦੀ ਹੈ। 2020 ਵਿੱਚ ਇੱਕ ਨਸਲੀ ਵਿਤਕਰੇ ਵਿਰੋਧੀ ਵਿਰੋਧ ਪ੍ਰਦਰਸ਼ਨ ਦੌਰਾਨ ਰਿਟੇਨ ਹਾਊਸ ਨੇ 2 ਲੋਕਾਂ ਦਾ ਕਤਲ ਕਰ ਦਿੱਤਾ ਸੀ। ਉਸ ਨੂੰ ਪਿਛਲੇ ਸਾਲ ਨਵੰਬਰ ਵਿੱਚ ਅਦਾਲਤ ਨੇ ਬਰੀ ਕਰ ਦਿੱਤਾ ਸੀ। ਕੁਝ ਘੰਟਿਆਂ ਬਾਅਦ ਫਲੋਰੀਡਾ ਦੇ ਇੱਕ ਬੰਦੂਕ ਡੀਲਰ ਨੇ ਪੁਰਸ਼ਾਂ ਵਿੱਚ ਅਸਲ ਮਰਦ ਬਣੋ ਦੇ ਨਾਅਰੇ ਨਾਲ ਇੱਕ ਅਸੌਲਟ ਰਾਈਫਲ ਵਾਲੇ ਆਦਮੀ ਦੀ ਤਸਵੀਰ ਨੂੰ ਅੱਗੇ ਵਧਾਇਆ। ਹਾਲਾਂਕਿ ਉਹ 17 ਸਾਲ ਦਾ ਸੀ ਜਦੋਂ ਰਿਟੇਨ ਹਾਊਸ ਨੇ 2 ਲੋਕਾਂ ਨੂੰ ਮਾਰਿਆ ਸੀ। ਵਾਸਤਵ ਵਿੱਚ ਅਮਰੀਕਾ ਵਿੱਚ ਫਾਇਰ ਹਥਿਆਰ ਉਦਯੋਗ ਹਥਿਆਰਾਂ ਦੀ ਵਿਕਰੀ ਨੂੰ ਵਧਾਉਣ ਲਈ ਸਾਲਾਂ ਦੀ ਖੋਜ ਦੇ ਆਧਾਰ ਤੇ ਆਬਾਦੀ ਦੇ ਖਾਸ ਸਮੂਹਾਂ ਤੇ ਫੋਕਸ ਕਰਦਾ ਹੈ। ਪਿਛਲੇ ਮਹੀਨੇ ਹਿਊਸਟਨ ਵਿੱਚ ਨੈਸ਼ਨਲ ਰਾਈਫਲ ਐਸੋਸੀਏਸ਼ਨ ਦੇ ਸੰਮੇਲਨ ਵਿੱਚ ਇੱਕ ਬੰਦੂਕ ਨਿਰਮਾਤਾ ਨੇ AR-15 ਸ਼ੈਲੀ ਦੀਆਂ ਬੰਦੂਕਾਂ ਪੇਸ਼ ਕੀਤੀਆਂ, ਜਿਸ ਨੂੰ ਬ੍ਰੋ ਟਾਇਰੈਂਟ ਅਤੇ ਬ੍ਰੋ ਪ੍ਰੈਡੀਏਟਰ ਕਿਹਾ ਜਾਂਦਾ ਹੈ। ਦਰਜਨਾਂ ਹੋਰ ਨਿਰਮਾਤਾਵਾਂ ਤੇ ਡੀਲਰਾਂ ਨੇ ਇਸੇ ਤਰ੍ਹਾਂ ਦਾ ਪ੍ਰਚਾਰ ਵੀ ਕੀਤਾ। ਅਮਰੀਕਾ ਦੇ ਉੱਤਰੀ ਮੈਦਾਨੀ ਇਲਾਕਿਆਂ ਤੋਂ ਲੈ ਕੇ ਦੱਖਣ ਪੂਰਬ ਤੱਕ 1 ਦਰਜਨ ਤੋਂ ਵੱਧ ਰਾਜਾਂ ਵਿੱਚ ਰਹਿ ਰਹੇ 2.5 ਕਰੋੜ ਨਿਵਾਸੀਆਂ ਲਈ ਸ਼ਨੀਵਾਰ ਤੋਂ ਭਿਆਨਕ ਗਰਮੀ ਦੀ ਚੇਤਾਵਨੀ ਜਾਰੀ ਕੀਤੀ ਗਈ। CNN ਮੁਤਾਬਕ ਇਨ੍ਹਾਂ ਇਲਾਕਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ 90 ਡਿਗਰੀ ਤੱਕ ਪਹੁੰਚ ਜਾਏਗਾ ਅਤੇ ਇਸ ਗਰਮੀ ਵਿੱਚ ਤਾਪਮਾਨ 3 ਅੰਕਾਂ ਨੂੰ ਛੂ ਸਕਦਾ ਹੈ। ਗਰਮੀ ਦੀ ਇਹ ਲਹਿਰ ਪਿਛਲੇ ਹਫ਼ਤੇ ਇੱਕ ਹੋਰ ਰਿਕਾਰਡ ਤੋੜ ਗਰਮੀ ਦੀ ਲਹਿਰ ਤੋਂ ਬਾਅਦ ਆਈ ਹੈ, ਜਿਸ ਨੇ ਇਸ ਖੇਤਰ ਦੇ ਇਲਾਕਿਆਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਇਹ ਭਵਿੱਖਬਾਣੀ ਕੀਤੀ ਗਈ ਹੈ ਕਿ ਨੇਬਰਾਸਕਾ ਦੇ ਲਿੰਕਨ ਤੋਂ ਉੱਤਰੀ ਡਕੋਟਾ ਤੇ ਫਾਰਗੋ ਤੱਕ ਦੇ ਖੇਤਰਾਂ ਵਿੱਚ ਹਫ਼ਤੇ ਦੇ ਅੰਤ ਤੱਕ ਤਾਪਮਾਨ 3 ਅੰਕਾਂ ਵਿੱਚ ਪਹੁੰਚ ਜਾਏਗਾ। ਇਸ ਦੌਰਾਨ ਉੱਤਰੀ ਮੈਦਾਨੀ ਇਲਾਕਿਆਂ ਵਿੱਚ ਗਰਮੀ ਦੀ ਲਹਿਰ ਆਮ ਨਾਲੋਂ 20 ਤੋਂ 25 ਡਿਗਰੀ ਵੱਧ ਰਹੇਗੀ। CNN ਨੇ ਦੱਸਿਆ ਕਿ ਹੀਟ ਵੇਵ ਦਾ ਕੇਂਦਰ ਇਸ ਸਮੇਂ ਉੱਤਰੀ ਮੈਦਾਨੀ ਖੇਤਰ ਵਿੱਚ ਸਥਿਤ ਹੈ ਤੇ ਪੂਰਬ ਵੱਲ, ਮੱਧ ਪੱਛਮ ਅਤੇ ਦੱਖਣ ਵੱਲ ਵਧੇਗਾ, ਜੋ ਇੱਕ ਹੋਰ ਰਿਕਾਰਡ ਤੋੜ ਹਫ਼ਤਾ ਸਥਾਪਿਤ ਕਰੇਗਾ। ਅਗਲੇ ਕੁਝ ਹਫ਼ਤਿਆਂ ਤੱਕ ਇਸ ਗਰਮੀ ਤੋਂ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ। ਕੈਨੇਡਾ ਦੇ ਅਭਿਨੇਤਾ ਰਿਆਨ ਗ੍ਰਾਂਥਮ, ਜਿਸ ਨੂੰ ਮਾਰਚ ਵਿੱਚ ਆਪਣੀ ਮਾਂ ਦੇ ਕਤਲ ਵਿੱਚ 2nd ਡਿਗਰੀ ਕਤਲ ਦਾ ਦੋਸ਼ੀ ਮੰਨਿਆ ਗਿਆ ਸੀ, ਨੇ ਕਥਿਤ ਤੌਰ ਤੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਵੀ ਮਾਰਨ ਦੀ ਯੋਜਨਾ ਬਣਾਈ ਸੀ। ਬ੍ਰਿਟਿਸ਼ ਕੋਲੰਬੀਆ ਕੋਰਟ ਵਿੱਚ ਸਰਕਾਰੀ ਵਕੀਲਾਂ ਨੇ ਰਿਆਨ ਤੇ ਇਹ ਦੋਸ਼ ਲਗਾਇਆ ਸੀ। CBS ਦੀ ਰਿਪੋਰਟ ਕਾਰਨ ਲਾਰਸੇਨ ਮੁਤਾਬਕ ਰਿਆਨ ਤੇ ਕੋਰਟ ਵਿੱਚ ਇਹ ਦੋਸ਼ ਲਗਾਇਆ ਗਿਆ ਕਿ ਉਸਨੇ ਆਪਣੀ 64 ਸਾਲਾ ਮਾਂ ਦੇ ਕਤਲ ਦੇ ਬਾਅਦ ਪ੍ਰਧਾਨ ਮੰਤਰੀ ਟਰੂਡੋ ਨੂੰ ਮਾਰਨ ਦੀ ਯੋਜਨਾ ਬਣਾਈ। ਅਜਿਹਾ ਦੱਸਿਆ ਜਾ ਰਿਹਾ ਹੈ ਕਿ ਰਿਆਨ ਨੇ ਆਪਣੀ ਮਾਂ ਬਾਰਬਰਾ ਵੇਟ ਦਾ ਕਤਲ ਸਾਲ 2000 ਵਿੱਚ ਆਪਣੇ ਟਾਊਨ ਹਾਊਸ ਵਿੱਚ ਘਰ 'ਚ ਕੀਤਾ ਸੀ। ਰਿਆਨ ਕੋਰਟ ਦੀ ਸੁਣਵਾਈ ਵਿੱਚ ਵੀਡੀਓ ਕਾਲ ਜ਼ਰੀਏ ਸ਼ਾਮਲ ਹੋਇਆ। ਆਊਟਲੈਟ ਨੇ ਅੱਗੇ ਦੱਸਿਆ ਕਿ 24 ਸਾਲ ਦੇ ਰਿਆਨ ਨੂੰ ਆਪਣੀ ਮਾਂ ਦੇ ਕਤਲ ਲਈ ਮਾਰਚ ਵਿੱਚ 2nd ਡਿਗਰੀ ਕਤਲ ਦਾ ਦੋਸ਼ੀ ਠਹਿਰਾਇਆ ਗਿਆ ਸੀ। ਇੱਕ ਰਿਪੋਰਟ ਵਿੱਚ ਕਿਹਾ ਗਿਆ ਕਿ 31 ਮਾਰਚ 2020 ਨੂੰ ਰਿਆਨ ਨੇ ਬਾਰਬਰਾ ਵਾਈਟ ਹਾਊਸ ਨੂੰ ਸਿਰ ਦੇ ਪਿਛਲੇ ਹਿੱਸੇ ਵਿੱਚ ਗੋਲੀ ਮਾਰੀ ਸੀ। ਅੰਤਰਰਾਸ਼ਟਰੀ ਯੋਗ ਦਿਵਸ ਤੋਂ ਪਹਿਲਾਂ ਵਕਾਰੀ ਵਾਸ਼ਿੰਗਟਨ ਸਮਾਰਕ ਵਿਖੇ ਭਾਰਤੀ ਦੂਤਘਰ ਵੱਲੋਂ ਆਯੋਜਿਤ ਯੋਗ ਸੈਸ਼ਨ ਵਿੱਚ ਸੈਂਕੜੇ ਲੋਕਾਂ ਨੇ ਹਿੱਸਾ ਲਿਆ। ਸ਼ਨੀਵਾਰ ਨੂੰ ਆਯੋਜਿਤ ਇਸ ਸਮਾਗਮ ਵਿੱਚ ਅਮਰੀਕੀ ਪ੍ਰਸ਼ਾਸਨ, ਸੰਸਦ, ਉਦਯੋਗ, ਡਿਪਲੋਮੈਟਿਕ ਕੋਰ, ਮੀਡੀਆ ਅਤੇ ਭਾਰਤੀ ਡਾਇਸਪੋਰਾ ਸਮੇਤ ਵੱਖ-ਵੱਖ ਖੇਤਰਾਂ ਦੇ ਲੋਕਾਂ ਨੇ ਹਿੱਸਾ ਲਿਆ। US ਨੈਸ਼ਨਲ ਸਾਇੰਸ ਫਾਊਂਡੇਸ਼ਨ ਦੇ ਨਿਰਦੇਸ਼ਕ ਡਾਕਟਰ ਸੇਥੁਰਾਮਨ ਪੰਚਾਨਾਥਨ ਨੇ ਕਿਹਾ ਕਿ ਯੋਗ ਵਿਸ਼ਵ ਲਈ ਭਾਰਤ ਦਾ ਸਭ ਤੋਂ ਵੱਡਾ ਤੋਹਫਾ ਹੈ। ਕਈ ਪ੍ਰਵਾਸੀਆਂ ਅਤੇ ਅਮਰੀਕੀ ਸੰਗਠਨਾਂ ਨੇ ਸਹਿਯੋਗ ਨਾਲ ਦੂਤਘਰ ਦੁਆਰਾ ਆਯੋਜਿਤ ਸਮਾਗਮ ਵਿੱਚ ਡਾਕਟਰ ਪੰਚਾਨਾਥਨ ਨੂੰ ਸਨਮਾਨਿਤ ਮਹਿਮਾਨ ਵਜੋਂ ਬੁਲਾਇਆ ਗਿਆ। NSF ਦੇ ਡਾਇਰੈਕਟਰ ਨੇ ਕਿਹਾ ਕਿ ਯੋਗ ਸਾਰੇ ਭੂਗੋਲਿਕ ਖੇਤਰਾਂ ਅਤੇ ਸਰਹੱਦਾਂ ਨੂੰ ਇਕਜੁੱਟ ਕਰਨ ਵਾਲੀ ਮਜ਼ਬੂਤ ਸ਼ਕਤੀ ਹੈ। ਸਮਾਰੋਹ ਦੇ ਹਿੱਸੇ ਵਜੋਂ ਇੱਕ ਆਮ ਯੋਗ ਪ੍ਰੋਟੋਕਾਲ ਸੈਸ਼ਨ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਹਾਜ਼ਰੀਨ ਨੇ ਉਤਸ਼ਾਹ ਨਾਲ ਹਿੱਸਾ ਲਿਆ। ਫਲੋਰੀਡਾ ਨੇੜੇ ਸਮੁੰਦਰ ਵਿੱਚ 2 ਕਿਸ਼ਤੀਆਂ ਦੀਆਂ ਟੱਕਰਾਂ ਹੋਣ ਕਾਰਨ 2 ਲੋਕਾਂ ਦੀ ਮੌਤ ਹੋ ਗਈ, ਜਦਕਿ 10 ਲੋਕਾਂ ਨੂੰ ਬਚਾ ਲਿਆ ਗਿਆ। ਇਹ ਘਟਨਾ ਵਿਸਕੇਨ ਖਾੜੀ ਵਿੱਚ ਵਾਪਰੀ। US ਕੋਸਟ ਗਾਰਡ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸ਼ਤੀਆਂ ਵਿਚਾਲੇ ਟੱਕਰ ਹੋਣ ਉਪਰੰਤ ਵਿੱਚ ਸਵਾਰ 12 ਵਿਅਕਤੀ ਪਾਣੀ ਵਿੱਚ ਡਿੱਗ ਗਏ। ਕੋਸਟ ਗਾਰਡ ਸਟੇਸ਼ਨ ਮਿਆਮੀ ਬੀਚ ਦੇ ਅਮਲੇ ਤੇ MH-65 ਡਾਲਫਿਨ ਹੈਲੀਕਾਪਟਰ ਦੇ ਅਮਲੇ ਨੇ ਤੁਰੰਤ ਕਾਰਵਾਈ ਕਰਕੇ 10 ਲੋਕਾਂ ਨੂੰ ਪਾਣੀ ਵਿੱਚੋਂ ਬਾਹਰ ਕੱਢ ਲਿਆ, ਜਦਕਿ 2 ਲੋਕਾਂ ਨੂੰ ਬਚਾਇਆ ਨਹੀਂ ਜਾ ਸਕਿਆ। ਉਹਨਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਨੇ। ਮਿਆਮੀ ਫਾਇਰ ਵਿਭਾਗ ਦੇ ਬੁਲਾਰੇ ਲੈਫਟੀਨੈਂਟ ਪੀਟੇ ਸੌਨਚੇਂਜ ਅਨੁਸਾਰ ਇਹ ਘਟਨਾ ਨਿਕਸਨ ਵਿੱਚ ਸੈਂਡਬਾਰ ਨੇੜੇ ਵਾਪਰੀ। ਉਹਨਾਂ ਨੇ ਕਿਹਾ ਕਿ ਬਚਾਏ ਗਏ ਲੋਕਾਂ ਵਿੱਚੋਂ ਇੱਕ ਵਿਅਕਤੀ ਦੀ ਹਾਲਤ ਗੰਭੀਰ ਹੈ, ਜਿਸ ਨੂੰ ਜੈਕਸਨ ਮੈਮੋਰੀਅਲ ਮੈਡੀਕਲ ਸੈਂਟਰ ਵਿੱਚ ਦਾਖਲ ਕਰਵਾਇਆ ਗਿਆ। ਭਾਰਤੀ ਅਧਿਆਤਮਕ ਨੇਤਾ ਸਵਾਮੀ ਅਵਧੇਸ਼ਾਨੰਦ ਗਿਰੀ ਨੇ ਭਾਰਤ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ਤਹਿਤ ਭਾਰਤੀ ਅਮਰੀਕੀ ਸਮੂਹ ਵੱਲੋਂ ਕਰਵਾਏ ਗਏ ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਸਮਾਗਮਾਂ ਦੀ ਸ਼ੁਰੂਆਤ ਕੀਤੀ। ਜੂਨਾ ਅਖਾੜੇ ਦੇ ਪ੍ਰਮੁੱਖ ਅਵਧੇਸ਼ਾਨੰਦਨ ਨੇ ਫੈਡਰੇਸ਼ਨ ਆਫ ਇੰਡੀਅਨ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਹਾਜ਼ਰੀ ਵਿੱਚ ਸ਼ਨੀਚਰਵਾਰ ਨੂੰ ਸਮਾਰੋਹਾਂ ਸੰਬੰਧੀ ਇੱਕ ਪੋਸਟਰ ਰਿਲੀਜ਼ ਕੀਤਾ ਸੀ ਅਤੇ ਇਸ ਯਤਨ ਲਈ ਭਾਰਤੀ ਅਮਰੀਕੀ ਭਾਈਚਾਰੇ ਨੂੰ ਵਧਾਈ ਦਿੱਤੀ। ਪੋਸਟਰ ਜਾਰੀ ਕਰਨ ਸੰਬੰਧੀ ਇਹ ਸਮਾਰੋਹ ਨਿਊਯਾਰਕ ਦੇ ਲੌਂਗ ਆਈਲੈਂਡ ਵਿੱਚ ਸਮੂਹ ਦੇ ਨੇਤਾ ਪ੍ਰੇਮ ਭੰਡਾਰੀ ਦੇ ਨਿਵਾਸ ਸਥਾਨ ਤੇ ਕਰਵਾਇਆ ਗਿਆ ਸੀ।
ਕੈਨੇਡੀਅਨ ਸੂਬੇ ਓਨਟਾਰੀਓ ਦੇ ਮਹਾਨਗਰ ਟੋਰਾਂਟੋ ਦੇ ਉਪਨਗਰ ਬਰੈਂਪਟਨ ਵਿੱਚ ਐਤਵਾਰ ਸਵੇਰੇ ਗੋਲੀਆਂ ਚੱਲਣ ਕਾਰਨ 2 ਵਿਅਕਤੀਆਂ ਦੀ ਮੌਤ ਹੋ ਗਈ ਹੈ। ਪੀਲ ਪੁਲਿਸ ਅਨੁਸਾਰ ਇਹ ਵਾਰਦਾਤ ਐਤਵਾਰ ਵੱਡੇ ਤੜਕੇ 2 ਵਜੇ ਕੁਈਨ ਸਟਰੀਟ ਈਸਟ ਲੌਗਲੇ ਗੇਟਵੇ ਬੁਲੇਵਾਰਡ ਤੇ ਵਾਪਰੀ। ਜਦੋਂ ਪੁਲਿਸ ਮੌਕੇ ਤੇ ਪਹੁੰਚੀ ਤਾਂ ਉੱਥੇ ਗੋਲੀਆਂ ਨਾਲ ਬਿੰਨੇ 2 ਵਿਅਕਤੀ ਪਏ ਮਿਲੇ, ਜਿਨ੍ਹਾਂ ਵਿੱਚ ਇੱਕ ਦੀ ਤਾਂ ਮੌਕੇ ਤੇ ਮੌਤ ਹੋ ਚੁੱਕੀ ਸੀ ਤੇ ਦੂਜੇ ਜ਼ਖਮੀ ਨੇ ਹਸਪਤਾਲ ਜਾ ਕੇ ਦਮ ਤੋੜ ਦਿੱਤਾ। ਇਸ ਵਾਰਦਾਤ ਕਰਕੇ ਮੂੰਹ ਹਨੇਰੇ ਵੱਡੀ ਗਿਣਤੀ ਵਿੱਚ ਪੁਲਿਸ ਉੱਥੇ ਵੇਖੀ ਗਈ। ਖਬਰ ਲਿਖੇ ਜਾਣ ਤੱਕ ਪੁਲਿਸ ਨੇ ਹਮਲਾ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਾਲਾਂ ਦੌਰਾਨ ਬਰੈਂਪਟਨ ਇਲਾਕੇ ਵਿੱਚ ਅਪਰਾਧਕ ਵਾਰਦਾਤਾਂ ਬਹੁਤ ਵੱਧ ਗਈਆਂ ਨੇ, ਜਿਸ ਤੋਂ ਸਥਾਨਕ ਪ੍ਰਸ਼ਾਸਨ ਸੁਭਾਵਕ ਤੌਰ ਤੇ ਫਿਕਰਮੰਦ ਹੈ। ਇੱਥੇ ਇਹ ਵੀ ਦੱਸ ਦਈਏ ਕਿ ਪੀਲ ਖੇਤਰ ਤੇ ਪ੍ਰਮੁੱਖ ਖੇਤਰਾਂ ਮਿਸੀਸਾਗਾ ਤੇ ਬਰੈਂਪਟਨ ਵਿੱਚ ਪੰਜਾਬੀਆਂ ਦੀ ਵੱਡੀ ਗਿਣਤੀ ਵਸਦੀ ਹੈ। ਪੀਲ ਪੁਲਿਸ ਦੀ 2018 ਦੀ ਸਾਲਾਨਾ ਰਿਪੋਰਟ ਵਿੱਚ ਅਪਰਾਧਕ ਗਤੀਵਿਧੀਆਂ ਵਧਣ ਦਾ ਜ਼ਿਕਰ ਕੀਤਾ ਗਿਆ ਸੀ। ਉਸੇ ਵੇਲੇ 26 ਕਤਲ ਹੋਏ ਸਨ, ਜੋ ਉਸ ਤੋਂ ਪਿਛਲੇ ਸਾਲ 2017 ਦੇ ਮੁਕਾਬਲੇ 63% ਵਧੇ ਸਨ। ਇੰਜੀ 2018 ਚ ਸ਼ਰਾਰਤੀ ਅਨਸਰਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਜ਼ਖਮੀ ਕੀਤੇ ਜਾਣ ਦੀਆਂ 242 ਵਾਰਦਾਤਾਂ ਵਾਪਰੀਆਂ ਸੀ, ਜੋ ਸਾਲ 2017 ਦੇ ਮੁਕਾਬਲੇ 55% ਵੱਧ ਸਨ। ਯੂਕਰੇਨ ਦੇ ਸੈਨਿਕਾਂ ਨੇ ਐਤਵਾਰ ਨੂੰ ਪੂਰਬੀ ਸ਼ਹਿਰ ਸਵੇਰੋਡੋਨੇਤਸਕ ਦੇ ਨੇੜੇ ਪਿੰਡਾਂ ਤੇ ਰੂਸੀ ਹਮਲਿਆਂ ਦਾ ਜਵਾਬ ਦਿੱਤਾ। ਯੂਕਰੇਨ ਦੀ ਫੌਜ ਵੱਲੋਂ ਜਾਰੀ ਬਿਆਨ ਮੁਤਾਬਕ ਫੌਜ ਨੇ ਸ਼ਾਕੀ ਵਾਕਾ ਇਲਾਕੇ ਵਿੱਚ ਰੂਸੀ ਹਮਲੇ ਨੂੰ ਨਾਕਾਮ ਕਰ ਦਿੱਤਾ। ਇਸ ਕਾਰਨ ਰੂਸੀ ਫੌਜ ਨੂੰ ਪਿੱਛੇ ਹਟਣਾ ਪਿਆ ਤੇ ਮੁੜ ਸੰਗਠਿਤ ਹੋ ਰਹੀ ਹੈ। ਦੂਜੇ ਪਾਸੇ ਯੂਕਰੇਨ ਦੇ ਰਾਸ਼ਟਰਪਤੀ ਜ਼ੈਲੈਂਸਕੀ ਨੇ ਐਤਵਾਰ ਨੂੰ ਕਿਹਾ ਕਿ ਯੂਕਰੇਨ ਦੀ ਫੌਜ ਦੇਸ਼ ਦੇ ਦੱਖਣੀ ਹਿੱਸੇ ਨੂੰ ਰੂਸ ਦੇ ਕਬਜ਼ੇ ਵਿੱਚ ਆਉਣ ਨਹੀਂ ਦੇਵੇਗੀ। ਜ਼ੈਲੈਂਸਕੀ ਦਾ ਇਹ ਬਿਆਨ ਸ਼ਨੀਵਾਰ ਨੂੰ ਦੱਖਣੀ ਸ਼ਹਿਰ ਮਾਈਕੋਲਾਈਵ ਦਾ ਦੌਰਾ ਕਰਨ ਤੋਂ ਬਾਅਦ ਆਇਆ। ਉਹ ਯੁੱਧ ਸ਼ੁਰੂ ਹੋਣ ਤੋਂ ਬਾਅਦ ਪਹਿਲੀ ਵਾਰ ਦੇਸ਼ ਦੇ ਸਭ ਤੋਂ ਦੱਖਣੀ ਸ਼ਹਿਰ ਮਾਈਕੋਲਾਈਵ ਗਿਆ। ਇੱਥੇ ਉਹਨਾਂ ਨੇ ਸਥਾਨਕ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਸੈਨਿਕਾਂ ਨੂੰ ਉਹਨਾਂ ਦੀ ਬਹਾਦਰੀ ਲਈ ਸਨਮਾਨਿਤ ਕੀਤਾ। ਸਪਾਈਸ ਜੈਟ ਦੇ ਜਹਾਜ਼ ਦੇ ਇੰਜਣ ਵਿੱਚ ਜਿਵੇਂ ਹੀ ਪਟਨਾ ਤੋਂ ਦਿੱਲੀ ਲਈ ਉਡਾਣ ਭਰੀ ਜਾ ਰਹੀ ਸੀ, ਉਸ ਵਿੱਚ ਅੱਗ ਲੱਗ ਗਈ। ਕੁਝ ਸਕਿੰਟਾਂ ਬਾਅਦ ਨਿਕਾਸ ਵਿੱਚੋਂ ਅੱਗ ਦੀਆਂ ਲਪਟਾਂ ਨਿਕਲਣੀਆਂ ਸ਼ੁਰੂ ਹੋ ਗਈਆਂ ਤੇ ਜਹਾਜ਼ ਵਿੱਚੋਂ ਇੱਕ ਉੱਚੀ ਆਵਾਜ਼ ਆਉਣ ਲੱਗੀ, ਜਿਸ ਨੂੰ ਸਥਾਨਕ ਲੋਕਾਂ ਨੇ ਦੇਖਿਆ ਤੇ ਸੁਣਿਆ। ਲੋਕਾਂ ਨੇ ਤੁਰੰਤ ਇਸ ਦੀ ਸੂਚਨਾ ਜ਼ਿਲ੍ਹਾ ਕੰਟਰੋਲ ਰੂਮ ਨੂੰ ਦਿੱਤੀ। ਹਾਲਾਂਕਿ ATC ਟਾਵਰ ਵਿੱਚ ਬੈਠੇ ਟੈਕਨੀਸ਼ੀਅਨ ਨੇ ਵੀ ਜਹਾਜ਼ ਵਿੱਚ ਅੱਗ ਦੀਆਂ ਲਪਟਾਂ ਦੇਖੀਆਂ ਤੇ ਤੁਰੰਤ ਪਾਇਲਟ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਪਾਇਲਟ ਨੇ ਸਮਝਦਾਰੀ ਨਾਲ ਕੰਮ ਲਿਆ। ਯਾਤਰੀਆਂ ਨੂੰ ਦੱਸਿਆ ਕਿ ਜਹਾਜ਼ ਵਿੱਚ ਤਕਨੀਕੀ ਖਰਾਬੀ ਸੀ, ਜਿਸ ਕਾਰਨ ਇਸ ਨੂੰ ਹਵਾਈ ਅੱਡੇ ਤੇ ਵਾਪਸ ਉਤਾਰਿਆ ਜਾ ਰਿਹਾ। ਪਾਇਲਟ ਨੇ ਜਹਾਜ਼ ਨੂੰ ਸੁਰੱਖਿਅਤ ਲੈਂਡ ਕਰਵਾਇਆ। ਜਹਾਜ਼ ਵਿੱਚ 183 ਬਾਲਗ ਅਤੇ 2 ਬੱਚੇ ਸਵਾਰ ਸਨ। ਚਾਲਕ ਦਲ ਵਿੱਚ 4 ਮੈਂਬਰੀ ਟੀਮ ਅਤੇ 1 ਪਾਇਲਟ ਅਤੇ ਦੂਜਾ ਇੱਕ ਸਹਾਇਕ ਪਾਇਲਟ ਸ਼ਾਮਲ ਸੀ। ਕਿਸੇ ਯਾਤਰੀ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ। ਸਾਰੇ ਯਾਤਰੀਆਂ ਨੂੰ ਜਹਾਜ਼ ਵਿੱਚੋਂ ਸੁਰੱਖਿਅਤ ਉਤਾਰ ਲਿਆ ਗਿਆ। 5 ਘੰਟੇ ਬਾਅਦ ਸਾਰੇ ਯਾਤਰੀਆਂ ਨੂੰ ਇੱਕ ਹੋਰ ਵਿਸ਼ੇਸ਼ ਜਹਾਜ਼ ਰਾਹੀਂ ਦਿੱਲੀ ਭੇਜ ਦਿੱਤਾ ਗਿਆ। ਦੱਸ ਦਈਏ ਕਿ ਜਹਾਜ਼ ਵਿੱਚ ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਹਵਾਈ ਅੱਡੇ ਦੇ ਪ੍ਰਬੰਧਕਾਂ ਵੱਲੋਂ ਜਹਾਜ਼ ਦੀ ਲੈਂਡਿੰਗ ਤੋਂ ਪਹਿਲਾਂ ਹੀ ਐਮਰਜੈਂਸੀ ਵਿੱਚ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਸਨ। ਹਵਾਈ ਅੱਡੇ ਦੇ ਫਾਇਰ ਟਰੱਕਾਂ ਦੇ ਨਾਲ-ਨਾਲ ਸਾਰੇ ਉਪਕਰਨਾਂ ਤੇ ਮੈਡੀਕਲ ਟੀਮਾਂ QRT ਵੈਨ ਨੂੰ ਰਨਵੇ ਤੇ ਭੇਜਿਆ ਗਿਆ। ਤੁਰੰਤ ਜ਼ਿਲ੍ਹਾ ਮੈਜਿਸਟ੍ਰੇਟ ਹਵਾਈ ਅੱਡੇ ਤੇ ਪਹੁੰਚ ਗਏ। ਜਹਾਜ਼ ਦੇ ਉਤਰਨ ਤੱਕ ਪੂਰੀ ਟੀਮ ਤਿਆਰ ਸੀ। ਪੂਰੇ ਹਵਾਈ ਅੱਡੇ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ। ਇਹ ਜਹਾਜ਼ ਦੇ ਲੈਂਡ ਕਰਨ ਤੋਂ ਬਾਅਦ ਇਸ ਨੂੰ ਦੂਜੇ ਜਹਾਜ਼ਾਂ ਤੋਂ ਵੱਖ ਰੱਖਿਆ ਗਿਆ। ਯਾਤਰੀਆਂ ਮੁਤਾਬਕ ਜਹਾਜ਼ ਵਿੱਚ ਸਵਾਰ ਯਾਤਰੀਆਂ ਜੋ ਖੱਬੇ ਪਾਸੇ ਇੰਜਣ ਦੇ ਕੋਲ ਵਿੰਡੋ ਸੀਟ ਤੇ ਬੈਠੇ ਸਨ, ਦੀਆਂ ਅੱਖਾਂ ਅੱਗ ਦੀਆਂ ਲਪਟਾਂ ਤੇ ਪਈਆਂ। ਅੱਗ ਦੀਆਂ ਲਪਟਾਂ ਦੇਖ ਕੇ ਕੁਝ ਯਾਤਰੀਆਂ ਨੇ ਖਤਰੇ ਦੀ ਘੰਟੀ ਵਜਾਈ। ਕੁਝ ਯਾਤਰੀਆਂ ਨੇ ਇਸ ਦੀ ਵੀਡੀਓ ਰਿਕਾਰਡਿੰਗ ਵੀ ਕੀਤੀ। ਪਟਨਾ ਤੋਂ 185 ਯਾਤਰੀਆਂ ਨੂੰ ਲੈ ਕੇ ਦਿੱਲੀ ਲਈ ਰਵਾਨਾ ਹੋਈ ਸਪਾਈਸ ਜੈਟ ਦੀ ਉਡਾਣ ਦੇ ਪਾਇਲਟਾਂ ਨੇ ਐਤਵਾਰ ਨੂੰ ਆਪਣੀ ਸੂਝ-ਬੂਝ ਦਾ ਪ੍ਰਦਰਸ਼ਨ ਕੀਤਾ, ਜੋ ਸ਼ਲਾਘਾਯੋਗ ਹੈ। ਜੇਕਰ ਉਸ ਸਮੇਂ ਸਿਰ ਫੈਸਲਾ ਨਾ ਲਿਆ ਹੁੰਦਾ ਤਾਂ ਸ਼ਾਇਦ ਇੱਕ ਵੀ ਯਾਤਰੀ ਨਾ ਬਚਿਆ ਹੁੰਦਾ। ਇਸ ਦੇ ਲਈ ਸਪਾਈਸ ਜੈਟ ਨੇ ਸੋਮਵਾਰ ਨੂੰ ਆਪਣੇ ਪਾਇਲਟਾਂ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਏਅਰਲਾਈਨਸ ਨੂੰ ਉਹਨਾਂ ਤੇ ਪੂਰਾ ਭਰੋਸਾ ਹੈ। ਇਸ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਬਰੁਣ ਕੌਰ ਮਾਨ ਨੂੰ ਦਿਵਾ ਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮਿਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।